ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ, ਗੁਰੂ ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਨਾਸ਼ਨ ਸੋਏ। ਦੋਹਰਾ ਕਹਿ ਦੋਨੋਂ ਸਰ ਅਨਵਾਏ, ਕਹਿ ਗੁਰ ਤਰਕਸ਼ ਤੇ ਨਿਕਸਾਏ। ਕੰਚਨ ਲਿਪਤ ਮਿਲੇ ਸਭ ਜਬੈ, ਰਿਦਿ ਆਨੰਦਤ ਬੰਦਤ ਤਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਕੱਲ੍ਹ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿੱਲੀ ਤੋਂ ਚਾਲੇ ਪਾ ਕੇ ਅੱਗੋਂ ਬਹਾਦਰ ਸ਼ਾਹ ਦੇ ਸੱਦੇ 'ਤੇ ਸਤਿਗੁਰੂ ਪਾਤਸ਼ਾਹ ਜੀ ਆਗਰੇ ਪਹੁੰਚਦੇ ਹਨ ਅਤੇ ਬਹਾਦਰ ਸ਼ਾਹ ਨੂੰ ਮਿਲਦੇ ਹਨ। ਬਹਾਦਰ ਸ਼ਾਹ ਸਤਿਗੁਰਾਂ ਨੂੰ ਆਪਣੇ ਦਰਬਾਰ ਵਿੱਚ ਲੈ ਜਾਂਦਾ, ਜਿੱਥੇ ਕੁਝ ਵਜ਼ੀਰ ਬੈਠੇ ਹਨ, ਔਰ ਫਿਰ ਬੜਾ ਸਤਿਕਾਰ ਕਰਦਾ, ਨਾਲ ਧੰਨਵਾਦ ਕਰਦਾ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਮਹਾਰਾਜ, ਮੈਨੂੰ ਰਾਜ ਭਾਗ ਦਿਵਾਇਆ, ਮੇਰੇ ਦੁਸ਼ਮਣ ਤਾਰਾ ਆਜ਼ਮ ਦਾ ਖਾਤਮਾ ਕੀਤਾ। ਜਿਸ ਵੇਲੇ ਤੁਹਾਡੇ ਮਾਰੇ ਹੋਏ 2 ਤੀਰ ਤਾਰੇ ਆਜ਼ਮ ਦੇ ਸਿਰ 'ਚੋਂ ਕੱਢੇ ਤਾਂ ਸਾਰੇ ਸਾਡੇ ਤੀਰ ਅੰਦਾਜ਼ ਕਹਿਣ ਲੱਗੇ ਕਿ ਇਹ ਤਾਂ ਤੀਰ ਸਾਡੇ ਆ, ਅਸੀਂ ਮਾਰੇ ਆ। ਉਹ ਕਹਿੰਦੇ ਸਾਡੇ ਮਾਰੇ ਆ, ਉਹ ਕਹਿੰਦੇ ਸਾਡਾ ਮਾਰਿਆ ਹੋਇਆ ਤੀਰ ਆ। ਪਰ ਕਿਸੇ ਦੇ ਵੀ ਭੱਥੇ ਦੇ ਤੀਰਾਂ ਨਾਲ ਉਹ ਤੀਰ ਨਹੀਂ ਮਿਲੇ। ਇਹਨਾਂ ਕਹਿ ਕੇ ਉਸਨੇ ਖਜ਼ਾਨੇ ਵਿੱਚੋਂ ਉਹ ਦੋਨੇ ਤੀਰ ਮੰਗਵਾਏ ਅਤੇ ਫਿਰ ਪਾਤਸ਼ਾਹ ਜੀ ਨੂੰ ਵੀ ਕਹਿਣ ਲੱਗਿਆ ਜੀ ਤੁਹਾਡੇ ਵੀ ਤੀਰ ਕੱਢੋ ਭੱਥੇ 'ਚੋਂ। ਜਦ ਪਾਤਸ਼ਾਹ ਜੀ ਨੇ ਤੀਰ ਕੱਢੇ ਅਤੇ ਉਹਦੇ ਦੋਨੇ ਤੀਰ ਜਿਹੜੇ ਸਨ ਉਹਦੇ ਕੋਲ ਉਹ ਪਾਤਸ਼ਾਹ ਜੀ ਦੇ ਸਨ, ਉਹਦੇ ਨਾਲ ਮਿਲ ਗਏ। ਫਿਰ ਪੈਰੀ ਪੈਂਦਾ, ਧੰਨਵਾਦ ਕਰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬੜੇ ਪਿਆਰ ਸਤਿਕਾਰ ਦੀਆਂ ਗੱਲਾਂ ਕਰਦਾ ਹੈ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਬੜੀ ਸੇਵਾ ਕਰਦਾ ਹੈ ਔਰ ਕੁਝ ਭੇਟਾਵਾਂ ਦਿੰਦਾ ਹੈ ਅਤੇ ਸਤਿਗੁਰਾਂ ਨੂੰ ਆਪਣੇ ਕੋਲ ਰੁਕਣ ਲਈ ਬੇਨਤੀ ਕਰਦਾ ਹੈ। ਆਓ ਇਹਨਾਂ ਵਿਚਾਰਾਂ ਨੂੰ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿ ਦੋਨੋਂ ਸਰ ਅਨਵਾਏ, ਕਹਿ ਗੁਰ ਤਰਕਸ਼ ਤੇ ਨਿਕਸਾਏ। ਸਤਿਗੁਰਾਂ ਨੂੰ ਆਪਣੇ ਕੋਲ ਇਸ ਨੇ ਚੰਦਨ ਦੀ ਚੌਂਕੀ ਢਾਹ ਕਰਕੇ ਉੱਤੇ ਸੁੰਦਰ ਵਿਛਾਈ ਕਰਕੇ ਕੋਲ ਵਿਰਾਜਮਾਨ ਕੀਤਾ ਹੈ। ਆਪ ਚਰਨਾਂ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦਾ ਅਤੇ ਗੱਲਾਂ ਕਰਦਿਆਂ ਕਰਦਿਆਂ ਇਸ ਨੇ ਉਹਨਾਂ 2 ਤੀਰਾਂ ਦੀ ਗੱਲ ਕੀਤੀ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਵਿੱਚ ਛੱਡੇ ਸਨ ਅਤੇ ਜਿਨ੍ਹਾਂ ਦੇ ਨਾਲ ਰਾਜਾ ਤਾਰਾ ਆਜ਼ਮ ਬੰਨ੍ਹਿਆ ਗਿਆ ਸੀ, ਮੱਥੇ ਦੇ ਵਿੱਚ ਵੱਜੇ।
ਉਹ ਤੀਰ ਇਸਨੇ ਖਜ਼ਾਨੇ ਵਿੱਚੋਂ ਮੰਗਵਾਉਣੇ ਕੀਤੇ ਜੀ। कंचन लिपत मिले सब जबै हृदय आनंदत बंदत तबै। ਔਰ ਫਿਰ ਉਸਨੇ ਉਹ ਦੋਨੇ ਤੀਰ ਸਤਿਗੁਰਾਂ ਦੇ ਭੱਥੇ ਦੇ ਤੀਰਾਂ ਨਾਲ ਵੀ ਮਿਲਾ ਕੇ ਦੇਖੇ ਤਾਂ ਵੇਖਦਾ ਵੀ ਠੀਕ ਹੈ, ਇਹਨਾਂ ਤੀਰਾਂ ਦੇ ਪਿੱਛੇ ਵੀ ਸੋਨਾ ਲੱਗਿਆ। ਇਹ ਅਸਲ ਵਿੱਚ ਇਹ ਸਤਿਗੁਰਾਂ ਦੇ ਤੀਰਾਂ ਦੇ ਮਗਰ ਹੀ ਸੋਨਾ ਲੱਗਿਆ। ਪਾਤਸ਼ਾਹ ਜੀ ਦਾ ਬੜਾ ਉੱਚਾ ਖਿਆਲ ਹੈ ਬਈ ਜੇ ਸਾਡੇ ਤੀਰਾਂ ਦੇ ਨਾਲ ਕੋਈ ਮਾਰਿਆ ਜਾਂਦਾ ਉਹਦਾ ਦਫਨਾਉਣ ਦਾ ਸੰਸਕਾਰ ਦਾ ਇੰਤਜ਼ਾਮ ਹੋ ਜਾਵੇ, ਜੇ ਜ਼ਖਮੀ ਹੁੰਦਾ ਮਰਦਾ ਨਹੀਂ ਤੇ ਦਵਾਈ ਬੂਟੀ ਦਾ ਇੰਤਜ਼ਾਮ ਹੋ ਜਾਵੇ। ਤੋ ਖੈਰ ਇਹ ਖੁਸ਼ ਹੋਇਆ ਤੇ ਸਤਿਗੁਰਾਂ ਦੇ ਤੀਰਾਂ ਨਾਲ ਤੀਰ ਮਿਲਾ ਕੇ ਨਮਸਕਾਰਾਂ ਕਰਦਾ ਹੈ ਜੀ। सर्व कला समरथ गुण खानी जग में कोई ना आप समानी। ਫਿਰ ਸਿਫਤਾਂ ਕਰਨ ਲੱਗਿਆ, ਮਹਾਰਾਜ ਦੁਨੀਆ ਵਿੱਚ ਤੁਹਾਡੇ ਵਰਗਾ ਕੋਈ ਨਹੀਂ। ये महिमा जाने मन मेरा बख्शो राज समाज बडेरा। ਔਰ ਇਸ ਗੱਲ ਦਾ ਮੈਨੂੰ ਪਤਾ ਹੈ, ਮਹਾਰਾਜ ਮੇਰਾ ਮਨ ਮੰਨਦਾ ਹੈ ਕਿ ਤੁਹਾਡੇ ਵਰਗਾ ਕੋਈ ਵੀ ਦੁਨੀਆ ਵਿੱਚ ਐਸਾ ਨਹੀਂ ਜਿਹੜਾ ਕਿਸੇ ਨੂੰ ਰਾਜ ਦਿਵਾ ਸਕੇ। ਇੱਕ ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੇ ਦੁਸ਼ਮਣ ਦਾ ਖਾਤਮਾ ਕਰਕੇ ਰਾਜ ਭਾਗ ਮੈਨੂੰ ਦਿਵਾਉਣਾ ਕੀਤਾ ਜੀ। श्री प्रभ कहो पूरी अब बाछे गुर कर सो साबत रहो आछे। ਪਾਤਸ਼ਾਹ ਕਹਿੰਦੇ ਠੀਕ ਹੈ ਤੇਰੀ ਇੱਛਾ ਪੂਰੀ ਹੋ ਗਈ। ਪੂਰੀ ਆ ਬੰਛ ਹੈ ਇੱਛਾ, ਤੇਰੀ ਇੱਛਾ ਪੂਰੀ ਹੋ ਗਈ ਹੈ ਨਾ, ਪਰ ਹੁਣ ਤੂੰ ਗੁਰੂ ਘਰ ਦੇ ਨਾਲ ਸਾਬਤ ਰਹੀਂ, ਭਾਵ ਸਹੀ ਰਹੀਂ। ਗੁਰੂ ਘਰ ਦੇ ਨਾਲ ਪਿਆਰ ਰੱਖੀ, ਮੇਲ ਮਿਲਾਪ ਰੱਖੀ। अब चल बैलग भोगो राजू सामना जग में तोहे समाजू। ਔਰ ਦੁਨੀਆ ਦੇ ਵਿੱਚ ਜਿੰਨੀ ਤੇਰੀ ਪਰਮੇਸ਼ਰ ਨੇ ਉਮਰ ਬਖਸ਼ੀ ਹੈ ਉਹਨਾਂ ਚਿਰ ਰਾਜ ਭੋਗਣਾ ਕਰ। ਦੁਨੀਆ ਵਿੱਚ ਕੋਈ ਤੇਰੇ ਬਰਾਬਰ ਦਾ ਨਹੀਂ ਹੋਵੇਗਾ। काल की श्री गुर के सिर हीर बोलियो शाह बहादुर पीर। ਔਰ ਬਹਾਦਰ ਸ਼ਾਹ ਨੇ ਸਤਿਗੁਰਾਂ ਦਾ ਸ਼ਾਹੀ ਠਾਠ ਜਾਹੋ ਜਲਾਲ ਦੇਖਿਆ ਹੈ। ਸੀਸ ਉੱਪਰ ਹੀਰੇ ਜਵਾਹਰਾਤਾਂ ਨਾਲ ਜੜੀ ਹੋਈ ਕਲਗੀ ਝੂਲ ਰਹੀ ਹੈ ਔਰ ਸਾਈਡ ਦੇ ਉੱਤੇ ਗੁਰੂ ਪਿਆਰੇ ਉਹ ਸਤਿਗੁਰਾਂ ਦੇ ਸੀਸ ਉੱਪਰ ਜਿਹੜੇ ਹੈ ਜਗ੍ਹਾ ਲੱਗੀ ਹੈ। ਇਹਨਾਂ ਨੂੰ ਦੇਖ ਕੇ ਆਪਣੇ ਖਜ਼ਾਨਚੀ ਨੂੰ ਕਹਿੰਦਾ, राखो कीमत जरी जवाहर जगमग जेब जिसू के जाहर। ਕਹਿਣ ਲੱਗੇ ਦੇਖੋ ਸਤਿਗੁਰਾਂ ਦੀ ਕਲਗੀ ਕਿੱਡੀ ਸੁੰਦਰ ਹੈ, ਜਿਹਦੇ ਅੰਦਰ ਬੜੇ ਹੀ ਕੀਮਤੀ ਲੱਖਾਂ ਹੀ ਹੀਰੇ ਜਵਾਹਰਾਤ ਜਗਮਗ ਜਗਮਗ ਕਰਦੇ ਹਨ। अस कल की गए आब खजाने संग दुशाले वस्त्र महाने। ਤੇ ਬਹਾਦਰ ਸ਼ਾਹ ਆਪਣੇ ਖਜ਼ਾਨਚੀ ਨੂੰ ਕਹਿੰਦਾ ਆਪਣੇ ਖਜ਼ਾਨੇ ਵਿੱਚੋਂ ਕਲਗੀ ਲੈ ਕੇ ਆ, ਕਿਉਂਕਿ ਕਲਗੀਆਂ ਰਾਜੇ ਮਹਾਰਾਜੇ ਵੀ ਲਾਇਆ ਕਰਦੇ ਸੀ। ਹੋ ਸਕਦਾ ਸ਼ਾਇਦ ਇਸ ਨੇ ਗੁਰੂ ਸਾਹਿਬ ਦੇ ਵਾਸਤੇ ਬਣਵਾ ਕੇ ਤਿਆਰ ਕਰਾ ਕੇ ਰੱਖੀ ਹੋਵੇ। ਤੋ ਆਪਣੇ ਖਜ਼ਾਨਚੀ ਨੂੰ ਕਹਿੰਦਾ ਐਸੀ ਹੀ ਕੀਮਤੀ ਕਲਗੀ ਆਪਣੇ ਖਜ਼ਾਨੇ 'ਚੋਂ ਲੈ ਕੇ ਆਓ ਤੇ ਨਾਲ ਸੁੰਦਰ ਦੁਸ਼ਾਲੇ ਬਸਤਰ ਆਦਿ ਜੋ ਭੇਟਾਵਾਂ ਇਹਨੇ ਪਹਿਲਾਂ ਕੱਢ ਕੇ ਰੱਖੀਆਂ ਹੋਣੀਆਂ ਉਹ ਮੰਗਾਉਣੀਆਂ ਕੀਤੀਆਂ ਜੀ। तो तो की मोल बौकेरी आनो अबिना की जह देरी। ਔਰ ਇੱਕ ਧੁਕ ਧੁਕੀ ਇਹ ਗਹਿਣਾ ਹੈ, ਸੋਨੇ ਦਾ ਜੜਾਊ ਗਹਿਣਾ ਹੁੰਦਾ, ਕੀਮਤੀ ਗਲੇ ਦੇ ਵਿੱਚ ਪਾਉਣ ਦੇ ਕੰਮ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ ਹੁਣੇ ਲੈ ਕੇ ਆਓ। सोन खजानची तत छिन्यानी गुर आगे तर बहुर बखानी। ਉਸੇ ਵੇਲੇ ਖਜ਼ਾਨਚੀ ਗਿਆ ਤੇ ਖਜ਼ਾਨੇ ਵਿੱਚੋਂ ਇਹ ਸਾਰੀਆਂ ਭੇਟਾਵਾਂ ਲੈ ਕੇ ਆਇਆ ਹੈ ਤੇ ਸਤਿਗੁਰਾਂ ਦੇ ਹਜ਼ੂਰ ਭੇਟ ਕਰਦੇ ਹਨ। अब अखाड़ तपत है भारी बरखा रुत बहु निकट निहारी। ਉਹਨਾਂ ਦਿਨਾਂ ਵਿੱਚ ਹਾੜ ਦਾ ਮਹੀਨਾ ਚੱਲ ਰਿਹਾ ਸੀਗਾ। ਬਹਾਦਰ ਸ਼ਾਹ ਕਹਿਣ ਲੱਗਿਆ ਜੀ ਹਾੜ ਬੜਾ ਤਪਦਾ ਹੈ ਔਰ ਬਾਰਿਸ਼ਾਂ ਦਾ ਸਮਾਂ ਵੀ ਸ਼ੁਰੂ ਹੋਣ ਵਾਲਾ ਹੈ। पंच चलन को बरजन होए निज निज थान थिरे सब कोए। ਤੇ ਮਹਾਰਾਜ ਜਦੋਂ ਇਹ ਚਮਾਸੇ ਦਾ ਮਹੀਨਾ ਆ ਜਾਂਦਾ, ਜਿਵੇਂ ਸੌਣ ਭਾਦੋਂ ਅਸੂ ਇਹਨਾਂ ਦਿਨਾਂ ਦੇ ਵਿੱਚ ਬੜੇ ਮੀਂਹ ਪੈਂਦੇ ਹਨ, ਤਾਂ ਜਿਹੜੇ ਯਾਤਰੂ ਹੁੰਦੇ ਆ ਉਹ ਇਹਨਾਂ ਸਮਿਆਂ ਦੇ ਵਿੱਚ 3 ਮਹੀਨੇ ਕਿਤੇ ਰੁਕ ਜਾਂਦੇ ਆ। ਤੇ ਬਹਾਦਰ ਸ਼ਾਹ ਨੇ ਸੋਚ ਕੇ ਮਹਾਰਾਜ ਚਮਾਸਾ ਆ ਗਿਆ ਹੈ ਤੇ ਹੁਣ ਜ਼ਿਆਦਾ ਯਾਤਰਾ ਹੋਣੀ ਵੀ ਨਹੀਂ। जाति मान ले हो मम अर्जी रावर के दर्शन को गर्जी। ਮੈਂ ਆਪ ਜੀ ਦੇ ਦਰਸ਼ਨਾਂ ਦਾ ਗਰਜੀ ਚਾਹਵਾਨ ਹਾਂ ਤੇ ਮੈਂ ਇੱਕ ਅਰਜੀ ਮਤਲਬ ਬੇਨਤੀ ਕਰਦਾ ਹਾਂ। बसो चुमासा करना तरी है पुन मिल गमन अपर थल करिय है। ਐਦਾਂ ਕਰੋ ਤੁਸੀਂ ਚਮਾਸਾ ਸੌਣ ਭਾਦੋਂ ਆਸੂ ਇਹ 3 ਕੁ ਮਹੀਨੇ ਬਾਰਿਸ਼ਾਂ ਦੇ ਸਾਡੇ ਕੋਲ ਕੱਟ ਲਓ
ਤੇ ਫਿਰ ਮਿਲ ਕੇ ਕਿਧਰੇ ਚੱਲਾਂਗੇ। कई उपाय न अंगीकार हो, मुझको अपना जान संभालो। ਔਰ ਮਹਾਰਾਜ ਜੀ ਆ ਭੇਟਾਵਾਂ ਪ੍ਰਵਾਨ ਕਰੋ, ਮੈਨੂੰ ਆਪਣਾ ਜਾਣ ਕੇ ਮੇਰਾ ਸੰਭਾਲਿਓ, ਭਾਵ ਮੇਰਾ ਖਿਆਲ ਰੱਖਿਓ ਜੀ। निकट पौर साहब सिंह खरियो, श्री सतगुरु आवाहन करियो। ਔਰ ਭਾਈ ਸਾਹਿਬ ਸਿੰਘ ਜੀ ਨੂੰ ਡਿਉੜੀ ਤੇ ਖੜਾ ਦਿੱਤਾ, ਅੰਦਰ ਸਤਿਗੁਰੂ ਗਏ ਹਨ ਔਰ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਇੱਕ ਚੌਂਕੀ ਤੇ ਬਿਠਾਇਆ। ਇਹ ਜਿਹੜੀਆਂ ਭੇਟਾਵਾਂ ਉਹਨਾਂ ਨੇ ਭੇਟ ਕੀਤੀਆਂ, ਭਾਈ ਸਾਹਿਬ ਜੀ ਸਾਹਿਬ ਸਿੰਘ ਜੀ ਨੂੰ ਪਾਤਸ਼ਾਹ ਨੇ ਇਸ਼ਾਰੇ ਨਾਲ ਅੰਦਰ ਬੁਲਾਇਆ। ਕਹਿੰਦੇ चश्म इशारत दे समझायो, खिलत शाहू सो दे उचबायो। ਇੱਦਾਂ ਕਰੋ, ਇਹ ਬਾਦਸ਼ਾਹ ਨੂੰ ਵੀ ਆਪਣੇ ਵੱਲੋਂ ਇੱਕ ਸਰੋਪਾ ਦਿਓ। ਰਾਜੇ ਖਿਲਤ ਕਹਿੰਦੇ ਆ, ਖਿਲਤ ਦਾ ਮਤਲਬ ਹੁੰਦਾ ਹੈ ਓਵਰਕੋਟ ਲੰਮਾ, ਕੋਈ ਲੰਬਾ ਚੋਲਾ, ਕੋਈ ਹੋਰ ਇੱਦਾਂ ਦਾ ਵਸਤਰ ਜੋ ਰਾਜੇ ਮਹਾਰਾਜੇ ਪਹਿਨਿਆ ਕਰਦੇ ਆ। ਅਤੇ ਸਤਿਗੁਰ ਤਾਂ ਰਾਜਿਆਂ ਦੇ ਰਾਜੇ ਆ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣ ਲੱਗੇ ਆਪਣੇ ਵੱਲੋਂ ਖੁਸ਼ੀ ਕੀਤੀ ਹੈ ਅਤੇ ਰਾਜੇ ਨੂੰ ਖਿਲਤ ਦਿੱਤੀ ਹੈ। ਅਤੇ ਉਸ ਤੋਂ ਬਾਅਦ ਨਾਲ ਹੀ ਕਹਿਣ ਲੱਗੇ ਸਾਹਿਬ ਸਿੰਘ ਆ ਭੇਟਾ ਇਹਨੇ ਆਪਾਂ ਨੂੰ ਦਿੱਤੀ ਹੈ, ਇਹ ਉਠਾ ਲੈ। ਸਾਹਿਬ ਸਿੰਘ ਨੇ ਉਹ ਵਸਤੂਆਂ ਉਠਾ ਲਈਆਂ ਜੇ। देखी चिलकत कलगी जोए, नहीं उठाए तुक तुकी सोए। ਤੋ ਪੇਟੀ ਚਿਲਕਦੀ ਹੋਈ, ਕਲੰਗੀ ਚਮਕਦੀ ਹੋਈ, ਧੁਕ ਧੁਕੀ ਬਸਤਰ ਆਦਿ ਜੋ ਦਿੱਤਾ ਸੀ ਉਹਨੇ ਭੇਟਾ ਕੀਤਾ। ਭਾਈ ਸਾਹਿਬ ਸਿੰਘ ਨੇ ਉਠਾਉਣਾ ਕੀਤਾ ਹੈ ਜੀ। खुशी करी गुर बाहर आए, साहब सिंह चलत पिछवाए। ਇਉਂ ਖੁਸ਼ੀਆਂ ਦੇ ਕੇ ਰਾਜੇ ਬਹਾਦਰ ਸ਼ਾਹ ਨੂੰ ਪਾਤਸ਼ਾਹ ਬਾਹਰ ਆ ਗਏ ਤੇ ਮਗਰੇ ਹੀ ਭਾਈ ਸਾਹਿਬ ਸਿੰਘ ਜੀ ਆ ਗਏ। कोरन पर तब चढ़ चाले, मिले सिंह है चढ़े संभाले। ਔਰ ਸਿੰਘਾਂ ਨੂੰ ਪਾਤਸ਼ਾਹ ਜੀ ਆਗਰੇ ਸ਼ਹਿਰ ਦੇ ਬਾਹਰ ਹੀ ਰੋਕਤਾ ਸੀ, ਕਹਿੰਦੇ ਤੁਸੀਂ ਇੱਥੇ ਹੀ ਖੜੇ ਰਹੋ, ਅਸੀਂ ਬਹਾਦਰ ਸ਼ਾਹ ਨੂੰ ਮਿਲ ਕੇ ਹੁਣੇ ਆਏ, ਬਹੁਤਾ ਟਾਈਮ ਨਹੀਂ ਲਾਉਣਾ, ਤੁਸੀਂ ਘੋੜਿਆਂ 'ਤੇ ਖੜੇ ਹੋ, ਭਾਵ ਆਪਾਂ ਰੁਕਣਾ ਨਹੀਂ ਬਹੁਤਾ ਚਿਰ। ਅਤੇ ਪਾਤਸ਼ਾਹ ਜੀ ਸਾਹਿਬ ਸਿੰਘ ਨੂੰ ਲੈ ਕੇ ਵਾਪਸ ਉੱਥੇ ਆ ਗਏ ਜਿੱਥੇ ਸਿੰਘ ਤਿਆਰ ਪ੍ਰਤਿਆਰ ਘੋੜਿਆਂ ਦੀਆਂ ਕਾਠੀਆਂ ਦੀ ਬੈਠੇ ਹਨ। सने सने चल के प्रभ आए, जय उपवन तुरवर सुमदाए। ਔਰ ਇੱਥੋਂ ਪ੍ਰੀਤਮ ਜੀ ਨੇ ਘੋੜੇ ਨੂੰ ਵੱਡੀ ਲਾਈ ਆ। ਹੌਲੀ ਹੌਲੀ ਚੱਲਦੇ ਚੱਲਦੇ ਆਗਰੇ ਸ਼ਹਿਰ ਦੇ ਬਾਹਰ ਇੱਕ ਸੁੰਦਰ ਬਾਗ ਦੇਖਿਆ ਹੈ ਜੀ। उतर परी प्रभ बाग निहारस, जो माली बोरीत सुधारस। ਉਸ ਬਾਗ ਦੇ ਵਿੱਚ ਆ ਉਤਰੇ ਜਿਸ ਬਾਗ ਨੂੰ ਮਾਲੀ ਨੇ ਬੜੇ ਪਿਆਰ ਦੇ ਨਾਲ ਸੁਧਾਰਨਾ ਭਾਵ ਸਵਾਰਨਾ ਬਣਾਉਣਾ ਕੀਤਾ ਹੈ ਜੀ। आरू अंब अनार अजैब, कदली कटहल बिलोकत साहिब। ਜਿਸ ਦੇ ਵਿੱਚ ਅਨੇਕਾਂ ਹੀ ਫਲਾਂ ਵਾਲੇ ਦਰਖਤ ਲੱਗੇ ਹਨ, ਆੜੂਆਂ ਦੇ, ਅੰਬਾਂ ਦੇ, ਅਨਾਰਾਂ ਦੇ, ਕੇਲਿਆਂ ਦੇ ਗੁਰੂ ਪਿਆਰਿਓ, ਅਤੇ ਕਟਹਿਰ ਦੇ। ਇਹਨਾਂ ਨੂੰ ਸਤਿਗੁਰੂ ਦੇਖਣ ਲੱਗੇ ਜੀ। तूत बेदाना तर अजीर, चंपक नाल केल की पीर। ਤੂਤ ਬਿਦਾਣਾ ਅੰਜੀਰਾਂ ਦੇ ਦਰਖਤ, ਚੰਪਕ ਭਾਵ ਜਿਨ੍ਹਾਂ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਜਾਨਵਰ ਕਲੋਲਾਂ ਕਰ ਰਹੇ ਹਨ, ਨਾਲ ਕੇਲ ਕੀ ਭੀੜ, ਅਨੇਕਾਂ ਤਰ੍ਹਾਂ ਦੇ ਪੌਦਿਆਂ ਦੀ ਭੀੜ ਹੈ, ਸੰਘਣੇ ਖੜੇ ਹਨ। राय बेल चबेली खिली, गन पंकत नित जल सो मिली। ਔਰ ਫੁੱਲਾਂ ਵਾਲੀਆਂ ਬੇਲਾਂ ਲੱਗੀਆਂ ਹੋਈਆਂ, ਰਾਏ ਬੇਲ ਚਮੇਲੀ ਦੇ ਫੁੱਲ ਨਿਕਲੇ ਹੋਏ ਹਨ, ਪੌਦਿਆਂ ਦੀਆਂ ਕਈ ਡਾਰਾਂ ਪਾਣੀ ਨਾਲ ਮਿਲੀਆਂ ਹੋਈਆਂ ਹਨ। सूरज सुता तीर पर सो है, नाना बिद फल फूलन सो है। ਔਰ ਇਹ ਬਾਗ ਸੂਰਜ ਸੁਤਾ ਭਾਵ ਜਮਨਾ ਦੇ ਕਿਨਾਰੇ ਤੇ ਹੈ। ਜਮਨਾ ਵਗਦੀ ਹੈ ਉੱਥੋਂ ਦੀ, ਤੋ ਜਮਨਾ ਨੂੰ ਸੂਰਜ ਸੁਤਾ ਕਹਿੰਦੇ ਆ, ਸੂਰਜ ਪੁੱਤਰੀ ਕਹਿੰਦੇ ਆ। ਤੋ ਜਮਨਾ ਦੇ ਕਿਨਾਰੇ ਤੇ ਇਹ ਬਾਗ ਲੱਗਿਆ ਹੋਇਆ ਸੁੰਦਰ। सुखद सगन छाया रमणीका, करे भले हुल सावन जी का। ਬੜਾ ਸੁੰਦਰ ਬਾਗ ਹੈ ਗੁਰੂ ਪਿਆਰਿਓ, ਕੁਦਰਤੀ ਮਾਹੌਲ ਬੜਾ ਸੋਹਣਾ ਹੈ, ਸੁਖਦ ਸਰੀਰ ਨੂੰ ਸੁਖ ਦੇਣ ਵਾਲਾ, ਸੰਘਣੀ ਛਾਂ ਵਾਲਾ, ਰਮਣੀਕ ਇਹ ਬਾਗ ਸਤਿਗੁਰਾਂ ਨੂੰ ਪਸੰਦ ਆਇਆ ਹੈ। श्री प्रभ मंदिर में कह छाया, बैठ बिराजे समो बिताया। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਓ ਇਸ ਬਾਗ ਵਿੱਚ ਰੁਕਦੇ ਹਾਂ। ਉਸ ਬਾਗ ਦੇ ਵਿੱਚ ਕੋਈ ਮਕਾਨ ਵੀ ਬਣਿਆ ਹੈ,
ਤੇ ਸਤਿਗੁਰੂ ਪਾਤਸ਼ਾਹ ਜੀ ਉਸ ਮਕਾਨ ਦੇ ਵਿੱਚ ਰੁਕੇ ਹਨ। ਨਗਰ ਆਗਰੇ ਸੰਗਤ ਭਾਰੀ ਦਰਸੇ ਧਰੇ ਅਕੋਰ ਅਗਾਰੀ। ਔਰ ਆਗਰੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ 10ਵੇਂ ਪਾਤਸ਼ਾਹ ਜੀ ਆਏ ਹਨ। ਸਾਰੇ ਦਰਸ਼ਨ ਕਰਨ ਲੱਗੇ ਆ ਕੇ ਔਰ ਭੇਟਾਵਾਂ ਮੱਥੇ ਟੇਕਦੇ ਹਨ। ਏਕ ਸਿੱਖ ਜੜੀਆ ਸੁਨਿਆਰਾ ਚਤਰ ਕਾਜ ਮੈਂ ਧਨੀ ਉਦਾਰਾ। ਤੋ ਆਗਰੇ ਦਾ ਇੱਕ ਸੁਨਿਆਰਾ ਸਿੱਖ ਹੈ। ਜੜੀਆ ਕੌਣ ਹੁੰਦਾ ਹੈ? ਜਿਹੜਾ ਸੋਨੇ ਦੇ ਵਿੱਚ ਨਗ ਜੜਦਾ ਹੈ, ਜਿਵੇਂ ਕਲੰਗੀ ਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਆ। ਤੋ ਜਿਹੜਾ ਇਹ ਕੰਮ ਕਰਦਾ ਹੈ, ਗਹਿਣਾ ਬਣਨ ਤੋਂ ਬਾਅਦ ਉਹਦੇ ਉੱਤੇ ਹੋਰ ਸੁੰਦਰਤਾ ਬਣਾਉਂਦਾ, ਉਹਨੂੰ ਚਮਕਾਉਣਾ, ਉਹਦੇ ਵਿੱਚ ਛੇਕ ਕਰਕੇ ਬਰਮੀ ਨਾਲ ਉਹਦੇ ਵਿੱਚ ਨਗ ਫਿੱਟ ਕਰਨੇ, ਹੀਰੇ ਜਵਾਹਰਾਤ ਆਦਿ, ਉਹਨੂੰ ਜੜੀਆ ਕਹਿੰਦੇ ਆ। ਤਾਂ ਉਹ ਜੜੀਆ ਸੁਨਿਆਰਾ ਜਿਹੜਾ ਆਪਣੇ ਕੰਮ ਦੇ ਵਿੱਚ ਬੜਾ ਹੀ ਚਤੁਰ ਭਾਵ ਬਹੁਤ ਸਮਰੱਥ ਸੀਗਾ। ਸੁਨਿਆਰੇ ਦੇ ਕੰਮ ਨੂੰ, ਜੜਾਈ ਦੇ ਕੰਮ ਨੂੰ ਬੜਾ ਸੁੰਦਰ ਕਰਦਾ ਸੀ। ਜੁਤ ਪਰਵਾਰ ਦਰਸ ਕੋ ਆਇਓ ਚਰਨ ਕਮਲ ਪਰ ਸੀਸ ਨਿਭਾਇਓ। ਇਹ ਜੜੀਏ ਨੂੰ, ਇਸ ਸੁਨਿਆਰੇ ਨੂੰ ਪਤਾ ਲੱਗਿਆ, ਇਹ ਵੀ ਆਪਣੇ ਪਰਿਵਾਰ ਨੂੰ ਲਿਆ ਕੇ ਉਸ ਬਾਗ ਵਿੱਚ ਸਤਿਗੁਰਾਂ ਦੇ ਚਰਨੀ ਪੈਂਦਾ ਹੈ, ਨਮਸਕਾਰ ਕਰਦਾ ਜੇ। ਲਗਿਓ ਪਾਇਨ ਕੇ ਅੰਬਾਰ ਅਰਪਤ ਗੁਰ ਕੋ ਦਰਸ ਨਿਹਾਰ। ਇਉਂ ਬਾਗ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਦੇ ਢੇਰ ਲੱਗ ਗਏ। ਸੰਗਤਾਂ ਸਤਿਗੁਰਾਂ ਨੂੰ ਅਰਪਣ ਕਰਕੇ, ਦਰਸ਼ਨ ਕਰਕੇ ਖੁਸ਼ ਹੁੰਦੀਆਂ ਜੇ। ਕਿਰਪਾ ਦ੍ਰਿਸ਼ਟ ਤੇ ਖੁਸ਼ੀ ਕਰੀ ਜਬ ਸੰਗਤ ਗਵਣੀ ਨਿਜ ਨਿਜ ਘਰ ਤਬ। ਇਉਂ ਕੁਝ ਸਮਾਂ ਸਤਿਗੁਰਾਂ ਨੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ, ਵਿਚਾਰਾਂ ਹੋਈਆਂ ਔਰ ਫਿਰ ਸਭ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋਏ ਸਭ ਦੀਆਂ ਆਸਾਂ ਪੂਰੀਆਂ ਕੀਤੀਆਂ। ਇਉਂ ਸੰਗਤ ਖੁਸ਼ੀਆਂ ਲੈ ਕੇ ਘਰੋਂ ਘਰੀ ਚਲੀ ਗਈ। ਮੇਰਾ ਸਿੱਖ ਸੰਗਤ ਗਨ ਸੰਗ ਲੈ ਨੌਨਿਤ ਖੱਤਰੀ ਏਕ। ਤਾਂ ਇਹਨਾਂ ਹੀ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਕ ਖੱਤਰੀ ਜਿਸ ਦਾ ਨਾਮ ਨੌਨਿਧ ਹੈ ਉਹ ਵੀ ਆਇਆ ਹੈ। ਭੰਡਾਰੀ ਸੰਗਿਆ ਕਹੈ ਕੀਰਤਕ ਸਹਿਤ ਵਿਵੇਕ। ਨੌਨਿਧ ਭੰਡਾਰੀ ਇਹ ਗੋਤ ਹੁੰਦੇ ਆ ਖੱਤਰੀਆਂ ਦੇ। ਜਿਵੇਂ ਆਪਣੇ ਲੋਕਾਂ ਨੇ ਗੋਤ ਆਪਣੇ ਲਾਏ ਹੋਏ ਆ, ਪਿੱਛੋਂ ਅੱਲਾਂ ਪੈ ਜਾਂਦੀਆਂ, ਬਜ਼ੁਰਗਾਂ ਤੋਂ ਪਈਆਂ ਹੁੰਦੀਆਂ, ਅੱਗੇ ਜਾ ਕੇ ਉਹ ਪੱਕੇ ਤੌਰ ਤੇ ਹੀ ਉਸ ਕੁੱਲ ਨਾਲ ਲੱਗ ਜਾਂਦੇ ਆ। ਤੋ ਇਸ ਨੌਨਿਧ ਖੱਤਰੀ ਦੀ ਅੱਲ ਹੈ ਭੰਡਾਰੀ। ਲੁਧਿਆਣੇ ਦੇ ਇਲਾਕੇ ਵਿੱਚ ਭੰਡਾਰੀ ਗੋਤ ਵੀ ਹੈ ਇਹਨਾਂ ਖੱਤਰੀਆਂ ਦੇ। ਤਾਂ ਗੁਰੂ ਪਿਆਰਿਓ, ਇਹ ਭੰਡਾਰੀ ਨਾਮ ਦਾ, ਨੌਨਿਧ ਨਾਮ ਦਾ ਭੰਡਾਰੀ ਖੱਤਰੀ ਹੈ। ਚੌਪਈ ਸਤਿਗੁਰ ਕੇ ਦਰਸ਼ਨ ਹਿਤ ਆਇਓ ਧਰ ਅਕੋਰ ਪਗ ਸੀਸ ਨਿਭਾਇਓ। ਔਰ ਇਹਨੇ ਵੀ ਆ ਸਤਿਗੁਰਾਂ ਦੇ ਦਰਸ਼ਨ ਕੀਤੇ, ਹੱਥ ਵਿੱਚ ਭੇਟਾ ਫੜੀ ਹੋਈ ਹੈ, ਸਤਿਗੁਰਾਂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਸਨਮੁਖ ਬੈਠ ਆਨੰਦ ਬਿਗੰਦੇ ਬੂਝੇ ਗੁਰੂ ਬੰਦ ਕਰ ਬੰਦੇ। ਸਤਿਗੁਰਾਂ ਦੇ ਸਾਹਮਣੇ ਬੈਠ ਕਰਕੇ ਇਸ ਨੇ ਆਨੰਦ ਦੇਣ ਵਾਲੇ ਦਰਸ਼ਨ ਕੀਤੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੈਠਾ। ਸ੍ਰੀ ਪ੍ਰਭ ਜੀ ਤੁਮ ਪੰਥ ਚਲਾਇਓ ਬਾਣਾ ਰਚਿਓ ਕੇਸ਼ ਰਖਵਾਇਓ। ਤਾਂ ਗੁਰੂ ਪਿਆਰਿਓ, ਇਹ ਖੱਤਰੀ ਪੁੱਛਣ ਲੱਗਿਆ, ਮਹਾਰਾਜ ਜੀ, ਜੋ ਆਪ ਜੀ ਨੇ ਖਾਲਸਾ ਪੰਥ ਸਾਜਿਆ ਹੈ, ਖਾਲਸਾ ਪੰਥ ਜੋ ਚਲਾਇਆ ਹੈ, ਇਸ ਦਾ ਬਾਣਾ ਜੋ ਦਿੱਤਾ ਹੈ ਇਸ ਨੂੰ, ਉਸ ਬਾਣੇ ਦੇ ਵਿੱਚ ਤੁਸੀਂ ਕੇਸ ਜ਼ਰੂਰੀ ਕੀਤੇ ਹਨ। ਗੁਰੂ ਗਰੀਬ ਨਿਵਾਜ ਬਤਾਵੋ ਕਿਸ ਕਾਰਨ ਕਰ ਇਨੋ ਰਖਾਵੋ। ਇਹ ਤੁਸੀਂ ਕੇਸ ਕਿਉਂ ਰਖਵਾਏ ਆ? ਚਲੋ ਸਾਰੇ ਆਪੋ ਆਪਣੇ ਪੰਥ ਦੀਆਂ ਨਿਸ਼ਾਨੀਆਂ ਲਾਉਂਦੇ ਆ। ਗੋਰਖਨਾਥ ਨੇ ਕੰਨ ਵਿੱਚ ਮੁੰਦਰਾਂ ਪਾਤੀਆਂ, ਕਿਸ ਨੂੰ ਕੰਠੀ ਕੰਠ ਕਾਟ ਕੀ ਡਾਰੀ, ਕਿਸੇ ਨੇ ਲੱਕੜ ਦੀਆਂ ਮਾਲਾ ਪਵਾਤੀਆਂ, ਕਿਸੇ ਨੇ ਕੋਈ, ਕਿਸੇ ਨੇ ਕੋਈ। ਤੁਸੀਂ ਖਾਸ ਕਰਕੇ ਆਪਣੇ ਪੰਥ ਵਿੱਚ ਕੇਸ ਰੱਖਣ ਦਾ ਹੁਕਮ ਦਿੱਤਾ ਹੈ, ਇਹਦਾ ਕੀ ਕਾਰਨ ਹੈ? ਸ੍ਰੀ ਮੁਖ ਫਰਮਾਵਣ ਕਰਿਓ ਤੁਮ ਤੋ ਸ਼ਾਸਤਰ ਬਹੁਤ ਵਿਚਰਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਉਹ ਤੂੰ ਤਾਂ ਪੜ੍ਹਿਆ ਲਿਖਿਆ ਖੱਤਰੀਆ ਭਾਈ ਨੌਨਿਧ, ਤੂੰ ਤਾਂ ਪੜ੍ਹਿਆ ਲਿਖਿਆ, ਤੂੰ ਤਾਂ ਵੇਦ ਸ਼ਾਸਤਰ ਬਹੁਤ ਪੜ੍ਹਿਆ। ਪੜਨ ਸ਼ਰਵਨ ਮੈਂ ਬੈਸ ਬਿਤਾਈ ਏਕਤ ਲਖੀ ਕੇ ਨਹਿ ਤੁਮ ਪਾਈ। ਕੀ ਤੈਨੂੰ ਉਹਨਾਂ ਵੇਦਾਂ ਗ੍ਰੰਥਾਂ ਵਿੱਚੋਂ ਸਮਝ ਨਹੀਂ ਆਈ? ਤੂੰ ਪੜ੍ਹਿਆ ਸੁਣਿਆ ਨਹੀਂ ਕੁਝ। ਧਰਮ ਰਖਨ ਕੀ ਸਾਧਕ ਪਾਲੇ ਸਨਾਦਿਕ ਤੇ ਆਵਤ ਚਲੇ। ਤੇ ਤੂੰ ਉਹਨਾਂ ਵੇਦਾਂ ਗ੍ਰੰਥਾਂ ਨੂੰ ਲਿਖਣ ਵਾਲੇ ਰਿਸ਼ੀਆਂ ਮੁਨੀਆਂ ਨੂੰ ਜਾਣਦਾ ਹੀ ਹੋਏਗਾ। ਸਨਕ ਸਨੰਦਨ ਸਨਕਾਦਿਕ ਜਿਹੜੇ ਪੁਰਾਣੇ ਰਿਸ਼ੀ ਮੁਨੀ ਹੋਏ ਆ, ਤਾਂ ਉਹਨਾਂ ਦੇ ਸਿਰਾਂ ਤੇ ਕੇਸ ਨਹੀਂ ਵੇਖੇ? ਉਹ ਸਾਰੇ ਜਟਾ ਜੂਟ ਦਾ ਮਤਲਬ ਹੁੰਦਾ ਹੈਗਾ ਜੂੜੇ ਸਮੇਤ, ਜਿਨ੍ਹਾਂ ਦੀਆਂ ਕੇਸ ਜੁੜ ਜਾਂਦੇ ਆ ਉਹ ਜਟਾਂ ਕਹਿੰਦੇ ਆ ਉਹਨਾਂ ਨੂੰ।
ਇਸ ਦਾ ਨਾਮ ਹੈ ਜਟਾਜੂਟ, ਭਾਵ ਉਹਨਾਂ ਦੇ ਸਿਰਾਂ ਦੇ ਉੱਤੇ ਜੂੜੇ ਹੁੰਦੇ ਸਨ, ਕੇਸ ਹੁੰਦੇ ਸਨ। ਤੂੰ ਤਾਂ ਯਾਰ ਧਾਰਮਿਕ ਗ੍ਰੰਥ ਪੜ੍ਹੇ ਆ, ਤੂੰ ਕਿਉਂ ਪੁੱਛਦਾ ਹੈ? ਭਾਰਤ ਖੰਡ ਵਿਖੇ ਸ਼ੁਭ ਦੇਸ਼, ਕੇਸ਼ ਰਾਖਨੋ ਧਰਮ ਵਿਸ਼ੇਸ਼। ਤੇ ਜਿਹੜਾ ਧਰਤੀ ਦਾ ਇਹ ਹਿੱਸਾ ਹੈ ਭਾਰਤ ਖੰਡ, ਇਹਦਾ ਪਹਿਲਾ ਨਾਮ ਹੈ ਭਰਤ ਖੰਡ, ਭਾਰਤ ਖੰਡ। ਫਿਰ ਅੱਗੇ ਅੱਗੇ ਨਾਮ ਬਦਲਦੇ ਗਏ, ਅੰਗਰੇਜ਼ ਆਏ ਤੇ ਉਹਨਾਂ ਨੇ ਆਪ ਦੇ ਹਿਸਾਬ ਨਾਲ ਇਹਦਾ ਨਾਮ ਇੰਡੀਆ ਰੱਖ ਦਿੱਤਾ। ਕਹੋ ਸਤਨਾਮ। ਪਰ ਇਹਦਾ ਪੁਰਾਣਾ ਨਾਮ ਹੈ ਭਰਤ ਖੰਡ, ਭਾਰਤ ਖੰਡ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਧਰਤੀ ਦੇ ਇਸ ਹਿੱਸੇ ਦਾ, ਇਸ ਖਿੱਤੇ ਦਾ ਮਕਸਦ ਹੈ ਪੁਰਾਣੇ ਸਮਿਆਂ ਤੋਂ ਜਿੰਨੇ ਵੀ ਰਿਸ਼ੀ ਮੁਨੀ ਹੋਏ ਆ ਭਜਨ ਬੰਦਗੀ ਵਾਲੇ, ਉਹ ਕੇਸ ਰੱਖਦੇ ਸਨ। ਸੁਣ ਕੇ ਨੌ ਨਿਧ ਬਹੁਰ ਬਖਾਨਾ, ਆਪ ਕਹੋ ਸਭ ਸੱਚ ਪ੍ਰਮਾਨਾ। ਕਹਿਣ ਲੱਗਿਆ ਨੌਨਿਧ ਨਾਮ ਦਾ ਇਹ ਖੱਤਰੀ, ਉਹ ਤਾਂ ਠੀਕ ਹੈ ਮਹਾਰਾਜ, ਮੈਂ ਜਾਣਦਾ ਮੈਂ ਰਿਸ਼ੀਆਂ ਮੁਨੀਆਂ ਨੇ ਕੇਸ ਰੱਖੇ ਸਨ, ਪਰ ਮੈਂ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦਾ ਹਾਂ ਪ੍ਰਮਾਣ ਸਹਿਤ। ਪ੍ਰਥਮ ਕੇਸ਼ ਧਾਰੀ ਸਭ ਕੋਏ, ਅਬ ਤੋ ਸਮਾਰਹੁ ਨ ਸੋਏ। ਪਿਛਲੇ ਸਮਿਆਂ ਜ਼ਰੂਰ ਰਿਸ਼ੀ ਮੁਨੀ ਕੇਸ ਰੱਖਦੇ ਸੀ, ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਰਿਸ਼ੀ ਮੁਨੀ ਕੇਸ ਰੱਖਦੇ ਸਨ, ਪਰ ਮਹਾਰਾਜ ਹੁਣ ਤਾਂ ਉਹ ਸਮਾਂ ਹੀ ਟੱਪ ਗਿਆ, ਸਾਰੇ ਲੋਕ ਕੇਸ ਕੱਟਣ ਲੱਗ ਪਏ। ਸ੍ਰੀ ਗੁਰ ਭਨਿਓ ਸਮਾ ਕਹਾ ਕਹੇ, ਸੋ ਰਬ ਸੋ ਸੀਸੋ ਜਲ ਹੈ। ਬਾਬਾ ਜੀ ਕਹਿੰਦੇ ਸਮੇਂ ਨਹੀਂ ਕੀ ਹੋਇਆ, ਸਮਾਂ ਤਾਂ ਉਹੀ ਹੈ, ਬੰਦੇ ਵਿਗੜੇ ਹੈ। ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਹਵਾ ਚੱਲ ਰਹੀ ਹੈ, ਉਹੀ ਪਾਣੀ ਹੈ। ਵਾਯੋ ਬਨੀ ਬਸੂਦਾ ਹੋਈ, ਦੋਸ਼ ਸਮੇਂ ਕੋ ਕਿਆ ਕਹਿ ਕੋਈ। ਬੰਨੀ ਅੱਗ ਨੂੰ ਕਹਿੰਦੇ ਆ, ਕਹਿੰਦੇ ਨਾ ਤਾਂ ਪਾਣੀ ਬਦਲਿਆ, ਨਾ ਕਹਿੰਦੇ ਹਵਾ ਬਦਲੀ ਹੈ, ਨਾ ਅੱਗ ਬਦਲੀ ਹੈ, ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲਿਆ, ਨਾ ਧਰਤੀ ਬਦਲੀ ਹੈ। ਮਿੱਤਰਾ ਆਪਣੇ ਆਪ ਕੋ ਦੋਸ਼ ਲਖੀਜੈ, ਰਾਖੇ ਜਾਇ ਨਾ ਸੱਚ ਕਹੀਜੈ। ਇਹ ਆਪਣੇ ਆਪ ਦਾ ਦੋਸ਼ ਸਮਝੋ, ਇਹ ਬੰਦੇ ਦੀਆਂ ਗਲਤੀਆਂ, ਕੁਦਰਤ ਨਹੀਂ ਬਗੜੀ, ਕੁਦਰਤ ਨਹੀਂ ਬਦਲੀ, ਇਹ ਬੰਦੇ ਦੀ ਗਲਤੀ ਹੈ, ਇਹ ਤੁਹਾਡਾ ਆਪਣਾ ਦੋਸ਼ ਹੈ। ਰੱਖਣੇ ਔਖੇ ਲੱਗਦੇ ਆ, ਪੱਗ ਬੰਨਣੀ ਔਖੀ ਲੱਗਦੀ ਆ, ਲੋਕਾਂ ਨੂੰ ਸੌਖਾ ਜਿਹਾ ਕੰਮ ਹੋ ਗਿਆ। ਅਸਲ ਦੇ ਵਿੱਚ ਗੁਰੂ ਪਿਆਰਿਓ, ਕਿਸੇ ਵੇਲੇ ਇੱਕ ਰਾਜੇ ਨੇ ਸਜ਼ਾ ਦਿੱਤੀ ਸੀ, ਤੇ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੋਵੋਗੇ ਗੱਲਾਂ, ਫਲਾਣੇ ਦਾ ਝਾਟਾ ਮੁੰਨ ਦਿਓ, ਫਲਾਣੇ ਦਾ ਝਾਟਾ ਮੁੰਨ ਦਿਓ। ਕੇਸਾਂ ਨੂੰ ਝਾਟਾ ਕਿਹਾ ਜਾਂਦਾ, ਜਿਹੜੇ ਕੇਸ ਸੰਭਾਲਦੇ ਨਹੀਂਗੇ, ਉਲਝ ਜਾਂਦੇ ਆ, ਉਹਨਾਂ ਨੂੰ ਇੱਦਾਂ ਦਾ। ਪਰ ਇਹ ਸ਼ਬਦ ਬੇਅਦਬੀ ਵਾਲਾ, ਇਹ ਕਿਹਦੇ ਵਾਸਤੇ ਬੋਲਿਆ ਜਾਂਦਾ ਹੈ? ਜਿਹੜਾ ਸੰਸਾਰ ਵਿੱਚ ਇਹੋ ਜਿਹੀ ਗਲਤੀ ਕਰੇ ਕੋਈ ਇਸਤਰੀ ਜਾਂ ਮਨੁੱਖ, ਉਹਨਾਂ ਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਸੀ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਇਸਤਰੀ ਆਪਣੀ ਕੁਲ ਨੂੰ ਦਾਗ ਲਾਉਣ ਵਾਲੀ ਗਲਤੀ ਕਰਦੀ ਸੀ ਤਾਂ ਉਸ ਨੂੰ ਇਹ ਸਜ਼ਾ ਦਿੱਤੀ ਜਾਂਦੀ ਸੀ ਕਿ ਇਹਦੇ ਕੇਸ ਮੁੰਨ ਦਿਓ। ਤੇ ਜਦ ਉਹਦੇ ਕੇਸ ਕੱਢ ਦਿੱਤੇ ਜਾਂਦੇ ਸਿਰ ਤੋਂ, ਤੇ ਫਿਰ ਉਹ ਘਰੋਂ ਬਾਹਰ ਨਿਕਲਣ ਜੋਗੀ ਨਹੀਂ ਸੀ ਰਹਿੰਦੀ, ਕਿਉਂਕਿ ਪੁਰਾਣੇ ਸਮਿਆਂ ਤੋਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਨਾਲ ਸੁੰਦਰਤਾ ਬੜੀ ਸੋਹਣੀ ਲੱਗਦੀ ਸੀ। ਹੁਣ ਤਾਂ ਲੋਕਾਂ ਨੇ ਸ਼ੌਂਕ ਹੀ ਬਣਾ ਲਿਆ, ਪਰ ਉਦੋਂ ਕੇਸ ਕੱਟਣੇ ਬਹੁਤ ਗਲਤੀ ਮੰਨੀ ਜਾਂਦੀ ਸੀ। ਤੇ ਗੁਰੂ ਪਿਆਰਿਓ, ਰਾਜਾ ਜਿਹੜਾ ਹੈ ਉਹ ਇੱਕ ਸਮੇਂ ਦੀ ਗੱਲ ਹੈ ਕਿ ਉਹ ਲੰਗਰ ਛਕਾ ਰਹੇ ਆ, ਰਾਜਾ ਰਾਣੀ, ਤੇ ਉਸ ਨੇ ਉਸ ਵੇਲੇ ਜਦੋਂ ਜਨਤਾ ਨੂੰ ਸੱਦਿਆ। ਤੇ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਗੁਰੂ ਸਾਹਿਬਾਂ ਤੋਂ ਪਹਿਲਾਂ ਹਿੰਦੂ ਮਤ ਵਿੱਚ ਹੁਣ ਵੀ ਚੱਲਦਾ ਹੋਣਾ, 21 ਬਾਹਮਣ ਬਿਠਾਉਣੇ ਆ, 18 ਬਾਹਮਣ ਬਿਠਾਉਣੇ ਆ, ਉਹਨਾਂ ਨੂੰ ਭੋਜਨ ਛਕਾਉਣਾ, ਤੇ ਫਿਰ ਜਨਤਾ ਨੂੰ ਛਕਾਇਆ ਜਾਂਦਾ। ਜਿਸ ਵੇਲੇ ਗੁਰੂ ਪਿਆਰੋ ਰਾਜਾ ਤੇ ਰਾਣੀ ਦੋਨੇ ਸੇਵਾ ਕਰ ਰਹੇ ਆ, ਰਾਣੀ ਦੇ ਸਾੜੀ ਬੰਨ੍ਹੀ ਆ, ਹਿੰਦੂ ਮਤ ਵਿੱਚ ਸਾੜੀ ਬੰਨ੍ਹਦੇ ਆ, ਤੇ ਉਹ ਕਿਤੇ ਭੋਜਨ ਛਕਾਉਂਦਿਆਂ ਹੋਇਆਂ, ਲੰਗਰ ਵਰਤਾਉਂਦਿਆਂ ਹੋਇਆਂ ਉਹਦੀ ਸਾੜੀ ਦਾ ਕੋਈ ਕੱਪੜਾ ਪੱਲਾ ਉੱਡ ਗਿਆ, ਤੇ ਪ੍ਰਸ਼ਾਦਾ ਛਕਣ ਵਾਲੇ ਜਿਹੜੇ ਬ੍ਰਾਹਮਣ ਸੀ ਉਹ ਹੱਸ ਪਏ। ਤੇ ਉਹਨਾਂ ਦਾ ਹੱਸਣਾ ਦੇਖਿਆ ਰਾਜੇ ਨੇ, ਤੇ ਗੁਰੂ ਪਿਆਰਿਓ ਰਾਜੇ ਨੂੰ ਗੁੱਸਾ ਆ ਗਿਆ, ਬਈ ਅਸੀਂ ਤਾਂ ਇਹਨਾਂ ਨੂੰ ਧਰਮ ਗੁਰੂ ਮੰਨ ਕੇ, ਧਰਮ ਮੰਨ ਕੇ, ਆਪਣੇ ਵੱਡੇ ਮੰਨ ਕੇ ਸਤਿਕਾਰ ਸਹਿ ਲੰਗਰ ਛਕਾਉਣੇ ਆ, ਦੰਦ ਕੱਢੀ ਜਾਂਦੇ ਆ ਬੈਠੇ। ਤੇ ਉਹਨੂੰ ਇਹ ਵੀ ਪਤਾ ਲੱਗਿਆ ਵੀ ਰਾਣੀ ਦੇ ਸਰੀਰ ਤੋਂ ਸਾੜੀ ਦਾ ਪੱਲਾ ਉੱਡਿਆ, ਸਿਰ ਤੋਂ ਉਤਰਿਆ ਜਾਂ ਥੱਲੇ ਉੱਡਿਆ, ਕਿਵੇਂ ਵੀ ਉੱਡਿਆ, ਤੇ ਇਹ ਹੱਸੇ ਕਿਉਂ? ਤੇ ਰਾਜੇ ਨੇ ਆ ਵੇਖਿਆ ਨਾ ਤਾਂ ਵੇਖਿਆ, ਤਲਵਾਰ ਗਾਤਰੇ ਪਾਈ ਹੋਈ ਸੀ, ਕੱਢੀ ਮਿਆਨ ਚੋਂ ਤੇ 18 ਬਾਹਮਣ ਵੱਢ ਦਿੱਤੇ। ਕਹੋ ਸਤਨਾਮ। ਉਹਦਾ ਰਾਜਗੁਰੂ ਪੰਡਤ ਕਹਿਣ ਲੱਗਿਆ, ਠਹਿਰੋ 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 ਮਹਾਰਾਜ, ਕੀ ਕਰਤਾ? ਇਹ ਤਾਂ ਬਹੁਤ ਵੱਡੀ ਹੱਤਿਆ, ਬੰਦੇ ਨੂੰ ਮਾਰਨਾ, ਇਹ ਤਾਂ ਬਹੁਤ ਵੱਡਾ ਦੋਸ਼ ਹੈ ਤੁਹਾਡੇ ਵਾਸਤੇ। ਕਹਿੰਦਾ ਮੇਰੇ ਵਾਸਤੇ ਦੋਸ਼ ਹੈ? ਇਹ ਦੰਦ ਕੱਢੀ ਜਾਂਦੇ ਆ, ਅਸੀਂ ਸਤਿਕਾਰ ਕਰਦੇ ਆ, ਇਹ ਸਾਨੂੰ ਮਜ਼ਾਕ ਕਰਦੇ ਆ, ਮੈਂ ਤਾਂ ਸਾਰੇ ਵੱਢੂੰਗਾ।
ਕਹਿੰਦਾ ਨਹੀਂ ਰੋਕੋ। ਮਸਾ ਰਾਜੇ ਨੂੰ ਰੋਕਿਆ, ਕਹਿੰਦਾ ਮੈਨੂੰ ਸਜ਼ਾ ਦੇਣੀ ਹੈ, ਮੈਂ ਸਾਰੇ ਬਾਹਮਣ ਵੱਢੂੰਗਾ। ਕਹਿੰਦੇ ਕੋਈ ਹੋਰ ਵੀ ਉਪਾਅ ਹੋ ਸਕਦਾ ਜੇ ਸਜ਼ਾ ਦੇਣੀ ਹੈ, ਜ਼ਰੂਰਤ ਨਹੀਂ ਵੀ ਸਿਰ ਵੱਢ ਕੇ ਗਲ ਵੱਢ ਕੇ ਸਜ਼ਾ ਦਿੱਤੀ ਜਾਂਦੀ ਹੈ। ਉਹ ਕੇਸ ਕੱਟਣੇ ਵੀ ਸਿਰ ਕੱਢਣ ਦੇ ਬਰਾਬਰ ਹੈ। ਤੇ ਜਿਨ੍ਹਾਂ ਦੇ ਸਿਰ ਤੋਂ ਕੇਸ ਕੱਟੇ ਹੁੰਦੇ ਆ ਨਿਹੰਗ ਸਿੰਘਾਂ ਦੇ ਬੋਲੇ 'ਚ, ਉਹਨਾਂ ਨੂੰ ਸਿਰ ਗੁੰਮ ਕਹਿੰਦੇ ਆ। ਉਹਨਾਂ ਸਿਰ ਹੈ ਹੀ ਨਹੀਂਗਾ, ਕੱਲੀ ਧਾੜੀ ਤੁਰੀ ਫਿਰਦੀ ਆ। ਕਹੋ ਸਤਨਾਮ। ਉਹਨੂੰ ਸਿਰ ਗੁੰਮ ਕਹਿੰਦੇ ਆ। ਤਾਂ ਉਸ ਦਾ ਇੱਕ ਰਾਜਗੁਰੂ ਕਹਿਣ ਲੱਗਿਆ ਤੁਸੀਂ ਐਂ ਕਰੋ, ਇਹਨਾਂ ਦੇ ਕੇਸ ਕਤਲ ਕਰਕੇ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿਓ। ਤੇ ਉਹਨਾਂ ਨੇ ਗਾਂ ਰਾਜੇ ਨੇ ਫਿਰ ਰਹਿੰਦਿਆਂ ਦੇ ਕੇਸ ਕਤਲ ਕਰਤੇ, ਸਾਰਿਆਂ ਦੇ ਕੇਸ ਸਿਰ ਤੋਂ ਕੱਟਤੇ। ਤੇ ਉਹ ਦਿਨ ਤੋਂ ਬਾਅਦ ਇਹੋ ਜਿਹੀ ਚਾਲ ਚੱਲੀ ਤੇ ਸੰਸਾਰ ਦੇ ਵਿੱਚ ਲੋਕਾਂ ਨੂੰ ਕੇਸ ਕੱਟਣ ਦੀ ਆਦਤ ਪੈ ਗਈ। ਕਹੋ ਸਤਨਾਮ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਕੁਦਰਤ ਦੀ ਕੀ ਗਲਤੀ ਆ? ਕੋਈ ਸਮਾਂ ਨਹੀਂ ਬਦਲਿਆ, ਕੋਈ ਸਮਾਂ ਨਹੀਂ ਬਦਲਿਆ। ਨਾ ਸੂਰਜ ਚੰਦਰਮਾ ਸੋਈ, ਚੰਦ ਚੜ੍ਹੈ ਸੇ ਤਾਰੇ, ਸਾ ਦਿਨੀਅਰ ਸਾ ਤਪਤ ਝੁਲਾਰੇ। ਇਹ ਸਾਰਾ ਜਿਹੜਾ ਸ਼ਬਦ ਹੈ ਬਾਬੇ ਨਾਨਕ ਨੇ ਵੀ ਇੱਕ ਵਾਰੀ ਉਚਾਰਿਆ ਹੈ ਬਾਣੀ ਦੇ ਵਿੱਚ ਇਸੇ ਬਚਨ 'ਤੇ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਜਿਸ ਵੇਲੇ ਉਹ ਰਾਜੇ ਨੇ ਸਜ਼ਾ ਦਿੱਤੀ, ਉਹਨਾਂ ਨੇ ਗਾਂਹ ਜਾ ਕੇ ਲੋਕਾਂ ਨੇ ਪੁੱਛਿਆ ਵੀ ਤੁਹਾਡੇ ਕੇਸ ਕੱਟਿਆ, ਕੀ ਗਲਤੀ ਕਰਕੇ? ਉਹ ਕਹਿੰਦੇ ਨੇ ਗਲਤੀ ਨਹੀਂ ਹੈਗੀ। ਆਪਦੀ ਗਲਤੀ ਲੁਕਾਉਣ ਵਾਸਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ। ਖੈਰ ਆਪਾਂ ਅੱਗੇ ਚੱਲੀਏ। ਤਾਂ ਇੱਕ ਇਲਾਕੇ ਵਿੱਚ ਪੰਡਤ ਨੇ ਕਹਿ ਦਿੱਤਾ ਬਈ ਸਾਡੇ ਜਦੋਂ ਕੋਈ ਬਜ਼ੁਰਗ ਮਰਦਾ ਹੈ ਤੇ ਜਿਹੜਾ ਸੱਦਾ ਦੇਣ ਜਾਂਦਾ ਨਾ, ਉਹ ਸਿਰ ਤੋਂ ਪੱਗ ਲਾ ਕੇ ਤੇ ਕੇਸ ਆਪਣੇ ਘੋਣ ਮੋਨ ਕਰਾ ਕੇ ਸੱਦਾ ਦੇਣ ਜਾਂਦਾ ਹੈ। ਤੇ ਰਿਸ਼ਤੇਦਾਰ ਦੂਰੋਂ ਵੇਖ ਕੇ ਸਮਝ ਜਾਂਦੇ ਆ ਵੀ ਇਹਨਾਂ ਦੇ ਕੋਈ ਮਰ ਗਿਆ ਲੱਗਦਾ। ਕਹੋ ਸਤਨਾਮ। ਤੇ ਉੱਥੋਂ ਲੋਕਾਂ ਦੇ ਵਿੱਚ ਰੀਤ ਚੱਲ ਪਈ। ਅੱਜ ਵੀ ਜਦੋਂ ਇਹ ਲੋਕ ਫੁੱਲ ਪਾਉਣ ਜਾਂਦੇ ਆ ਗੰਗਾ ਦੇ ਉੱਤੇ ਹਰਿਦੁਆਰ, ਤੇ ਜਿਹੜਾ ਮਰਨ ਵਾਲਾ ਬਜ਼ੁਰਗ ਹੁੰਦਾ, ਚਾਹੇ ਬੁੜਗ ਇਸਤਰੀ ਜਾਂ ਮਨੁੱਖ, ਜਿਹੜਾ ਉਹਨਾਂ ਦੇ ਬੱਚੇ ਹੁੰਦੇ ਆ, ਉਹਨਾਂ ਨੂੰ ਇੱਕ ਵਾਰੀ ਘੋਣ ਮੋਣ ਐਨ ਟਿੰਡ ਸਾਫ਼ ਕੀਤੀ ਜਾਂਦੀ ਆ। ਉਹਨਾਂ ਦੇ ਸਿਰ ਤੋਂ ਜਮਾ ਹੀ ਉਸਤਰੇ ਨਾਲ ਕੇਸ ਲਾਹੇ ਜਾਂਦੇ ਆ। ਤੇ ਬਹਾਨਾ ਕੀ ਬਣਾਇਆ ਵੀ ਤੁਹਾਡੇ ਬੁੜੇ ਦੀ ਗਤੀ ਤਾਂ ਹੋਊਗੀ ਜੇ ਆਪਣੀ ਤੁਸੀਂ ਜਿਹੜਾ ਹੈ ਕਲੀਨ ਸ਼ੇਪ ਕਰਾਓਗੇ, ਸਿਰ ਦੇ ਉੱਤੋਂ ਕੇਸ ਕਟਾਓਗੇ। ਅਸਲ ਦੇ ਵਿੱਚ ਇਹ ਰੀਤ ਚਲਾਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਸਤੇ ਕੇਸ ਬੜੇ ਜ਼ਰੂਰੀ ਹੈ। ਤੇ ਜਿਹੜੇ ਸਾਡੇ ਪੂਜੇ ਆ, ਸਾਡੇ ਪੈਰੋਕਾਰ ਆ, ਜਿਹੜੇ ਸਾਨੂੰ ਮੰਨਦੇ ਆ, ਬ੍ਰਾਹਮਣਾਂ ਨੇ ਚਲਾ ਦਿੱਤਾ ਬਈ ਉਹ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਿੱਚ ਨਾ ਵੜ ਜਾਣ। ਉਹਨਾਂ ਨੇ ਕੇਸ ਕਤਲ ਦੀ ਰੀਤ ਚਲਾ ਦਿੱਤੀ ਆ। ਬਹਾਨਾ ਬਣਾਤਾ ਵੀ ਤੁਹਾਡੇ ਬੁੜਿਆਂ ਦੀ ਮੁਕਤੀ ਗਤੀ ਤਾਂ ਹੋਊਗੀ ਜੇ ਤੁਸੀਂ ਜਿਹੜਾ ਹੈ ਇੱਥੇ ਆ ਕੇ ਝੰਡ ਲਵਾਓਗੇ। ਇਹਨੂੰ ਕਹਿੰਦੇ ਝੰਡ ਲਵਾਉਣਾ। ਕਹੋ ਸਤਨਾਮ। ਪਿੰਡਾਂ ਦੇ ਵਿੱਚ ਕੋਈ ਹਿੰਦੂ ਮਤ ਵਿੱਚ ਰੀਤ ਚੱਲੀ ਆ, ਜਦੋਂ ਕੋਈ ਨਵਾਂ ਬੱਚਾ ਪੈਦਾ ਹੁੰਦਾ ਹੈ, ਸੱਸੇ ਬਾਲ ਨਹੀਂ ਰੱਖਣੇ ਉਸਦੇ, ਉਸ ਨੂੰ ਕਿਸੇ ਜੰਡ ਆਦਿ ਤੇ ਲਿਜਾ ਕੇ ਉਸ ਦੇ ਜਿਹੜੇ ਕੇਸ ਧੁਰੋਂ ਆਏ ਹੁੰਦੇ ਨੇ ਪਰਮੇਸ਼ਰ ਵੱਲੋਂ, ਉਹ ਲਾਹ ਦਿੱਤੇ ਜਾਂਦੇ ਆ। ਬੱਚੇ ਦੀ ਝੰਡ ਲਵਾ ਕੇ ਲਿਆਉਣੇ ਆ। ਤੇ ਝੰਡ ਲਵਾਉਂਦੇ ਆਪਣੇ ਆਪ ਨੂੰ ਲੁਟਾਈ ਤੁਰੇ ਜਾਂਦੇ ਆ। ਕਹੋ ਸਤਨਾਮ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਨੌਨਿਧ ਨਾਮ ਦਾ ਖੱਤਰੀ ਪੁੱਛਦਾ ਹੈ, ਮਹਾਰਾਜ ਤੁਸੀਂ ਇਹ ਕੇਸ ਰੱਖਣ ਦੀ ਆਦਤ ਕਿਉਂ ਪਾਈ ਆਪਣੇ ਪੰਥ ਵਿੱਚ? ਅੱਜ ਕੱਲ੍ਹ ਤਾਂ ਕੋਈ ਰੱਖਦਾ ਹੀ ਨਹੀਂ। ਤੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ? ਇਹ ਰੱਬ ਦੀ ਗਲਤੀ ਨਹੀਂ। ਸਾਬਤ ਸੂਰਤ ਦਸਤਾਰ ਸਿਰਾ, ਪਰਮੇਸ਼ਰ ਤਾਂ ਅੱਜ ਵੀ ਸਾਬਤ ਸੂਰਤ ਹੈ। ਤੁਹਾਡੇ ਵੇਦ ਗ੍ਰੰਥ ਪੜ੍ਹ ਲਓ, ਰਿਸ਼ੀ ਮੁਨੀਆਂ ਨੂੰ ਯਾਦ ਕਰੋ, ਉਹ ਸਾਰੇ ਜਟਾ ਜੂਟ ਹੁੰਦੇ ਸੀ, ਸਾਬਤ ਸੂਰਤ ਹੁੰਦੇ ਸੀਗੇ। ਇਹਦਾ ਹੁਣ ਤੁਹਾਡੇ ਵਿੱਚ ਕੇਸ ਰੱਖਣ ਦੀ ਸਮਰੱਥਾ ਨਹੀਂ ਰਹੀ। ਇਸੇ ਕਰਕੇ ਤੁਸੀਂ ਦੋਸ਼ ਸਮੇਂ ਨੂੰ ਦਿੰਦੇ ਹੋ। ਕੇਸ ਰੱਖਣ ਕੀ ਸਮਰੱਥ ਹੀ ਨੇ, ਦੋਸ਼ ਸਮੇਂ ਪਰ ਕਲਪਨ ਕੀਨੇ। ਸਮਾਂ ਬਦਲ ਗਿਆ ਜੀ, ਕਲਯੁਗ ਆ ਗਿਆ। ਜਿਹੜੀ ਗੱਲ ਨਾ ਸਮਝ ਆਵੇ ਜੀ, ਕਲਯੁਗ ਆ ਗਿਆ, ਕੀ ਕਰੀਏ? ਬਸ ਸਮੇਂ ਦੇ ਉੱਤੇ ਦੋਸ਼ ਮੜ ਦਿੰਦੇ ਹੋ, ਗਲਤੀਆਂ ਸੋਡੀਆਂ। ਨੌ ਨਿਤ ਸੁਨੋ ਅਗਲ ਪ੍ਰਸੰਗ, ਜਬ ਹਮ ਕਰਿਓ ਮੁਕਤ ਸਰ ਜੰਗ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਲੈ ਨੌ ਨੇ ਤੈਨੂੰ ਇਹ ਗੱਲ ਸੁਣਾਉਣੇ ਆ। ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਕੀਤਾ ਹੈ, ਜਗ ਗਏ ਜਹਾਨ ਬਹੀ, ਨਿਕਟ ਕਸੂਰਪੁਰੀ ਜਬ ਰਹੀ। ਔਰ ਅਸੀਂ ਉਹ ਜੰਗ ਕਰਨ ਤੋਂ ਬਾਅਦ ਉੱਥੋਂ ਚਲੇ ਗਏ ਜਹਾਂ ਨੈ ਵਹੀ। ਨੈ ਕਹਿੰਦੀ ਆ ਨਦੀ ਨੂੰ, ਜਿੱਥੇ ਨਦੀ ਵਗਦੀ ਹੈ ਕਸੂਰ ਦੇ ਨੇੜੇ। ਤੋ ਹਸੈਨ ਖਾਨ ਤੈ ਮਾਲਕ, ਪਹੁੰਚਨ ਹਮਰੇ ਸੁਨ ਤਤਕਾਲਕ। ਉਥੋਂ ਦਾ ਰਾਜਾ ਜਿਹੜਾ ਹੈ ਨਗਰੀ ਦਾ, ਉਹ ਹਸੈਨ ਖਾਨ ਹੁੰਦਾ ਸੀ।
ਜਦੋਂ ਸਾਡੇ ਆਉਣ ਦਾ ਪਤਾ ਲੱਗਿਆ यार मोहम्मद पठियो वकील निकट हमारे आए सुशील। ਉਹਨੇ ਆਪਣਾ ਇੱਕ ਵਕੀਲ ਇੱਕ ਵਜ਼ੀਰ ਜਿਸ ਦਾ ਨਾਮ ਯਾਰ ਮੁਹੰਮਦ ਹੈ ਉਹ ਸਾਡੇ ਵੱਲ ਭੇਜਿਆ। इस पठान को खत गुजरना हो मेल कपट को चाहत ठान्यो। ਔਰ ਉਸ ਪਠਾਨ ਦਾ ਇੱਕ ਖਤ ਲੈ ਕੇ ਆਇਆ ਹੈ, ਚਿੱਠੀ ਲੈ ਕੇ ਆਇਆ ਹੈ। ਉਹ ਕਪਟ ਧਾਰ ਕੇ ਸਤਿਗੁਰਾਂ ਦੇ ਨਾਲ ਮੇਲ ਮਿਲਾਪ ਚਾਹੁੰਦਾ ਸੀ। अंतर गति जसूसी और सुध के हित पहुंचो तिस ठौर। ਅਸਲ ਦੇ ਵਿੱਚ ਉਹ ਜਸੂਸੀ ਕਰਦਾ ਸੀ ਸਾਡੇ ਧਰਮ ਦੀ, ਸਾਡੇ ਪੰਥ ਦੀ, ਸਾਡੇ। इस प्रकार हम जान्यो पाज कहो वकालत को क्या काज। ਤਾਂ ਜਿਸ ਵੇਲੇ ਅਸੀਂ ਉਸ ਦੇ ਅੰਦਰਲੇ ਪਾਜ ਨੂੰ ਜਾਣ ਲਿਆ, ਉਹਦੇ ਧੋਖੇ ਨੂੰ ਸਮਝ ਲਿਆ ਸੀ, ਕਿਹਾ ਬਈ ਇਹ ਤੇਰਾ ਇੱਥੇ ਜਸੂਸੀ ਕਰਨ ਦਾ, ਵਕਾਲਤ ਕਰਨ ਦਾ ਕੀ ਕਾਰਨ ਹੈ? रहन हमारे निकट व्यर्थ पूर्वो का अपनो अर्थ। ਤੈਨੂੰ ਜਸੂਸੀ ਕਰਕੇ ਸਾਡਾ ਕੁਝ ਨਹੀਂ ਲੱਭਣਾਗਾ। ਤੂੰ ਦੱਸ ਤੈਨੂੰ ਕੀ ਚਾਹੀਦਾ ਹੈ, ਤੇਰਾ ਕੀ ਮਤਲਬ ਹੈ, ਪੂਰਾ ਕਰੀਏ। बात जथारत है सरीत रहो जे रहनो भावत चीत। ਹਾਂ, ਜੇ ਸਾਡੇ ਵਿੱਚ ਰਹਿਣਾ ਤੇ ਭਾਵਨਾ ਨਾਲ ਰਹਿ, ਫਿਰ ਤਾਂ ਤੈਨੂੰ ਕੋਈ ਫਾਇਦਾ ਹੋ ਸਕਦਾ। सुनकर हम ते सो रह गयो एक दिन मजलस में थिर पियो। ਤਾਂ ਸਾਡੀ ਗੱਲ ਸੁਣ ਕੇ ਹੁਣ ਉਹ ਕਲੀਅਰ ਹੋ ਗਿਆ। ਪਹਿਲਾਂ ਗੁਪਤ ਰਹਿੰਦਾ ਸੀਗਾ, ਜਸੂਸੀ ਕਰਨ ਆਇਆ ਸੀਗਾ, ਹੁਣ ਉਹ ਸਾਡੇ ਸਾਹਮਣੇ ਹੀ ਰਹਿਣ ਲੱਗਿਆ। बोलियो निर्णय सुन बेकाजो देहो बताए गरीब निवाजो। ਤਾਂ ਉਹ ਸਭਾ ਦੇ ਵਿੱਚ ਆ ਕੇ ਬੈਠਣ ਲੱਗਿਆ, ਮਤਲਬ ਦੀਵਾਨ ਦੇ ਵਿੱਚ। ਤਾਂ ਰਾਜਿਆਂ ਦੀਆਂ ਸਭਾਵਾਂ ਲੱਗਦੀਆਂ ਹਨ ਤੇ ਇਸ ਕਰਕੇ ਸਤਿਗੁਰ ਦੀ ਵੀ ਸਭਾ ਲੱਗਦੀ ਹੈ। ਤਾਂ ਸਭਾ ਦੇ ਵਿੱਚ ਬੈਠਾ ਤੇ ਇੱਕ ਦਿਨ ਨਿਰਣਾ ਕਰਨ ਵਾਸਤੇ ਕਹਿੰਦਾ, होते अगर बेसिखन केश के अब के ही रखे सो बेस। ਸਾਨੂੰ ਕਹਿੰਦਾ ਮਹਾਰਾਜ ਪਹਿਲਾਂ ਵੀ ਤੁਹਾਡੇ ਸਿੱਖਾਂ ਦੇ ਕੇਸ ਹੁੰਦੇ ਸੀ ਕਿ ਆ ਹੁਣ ਤੁਸੀਂ ਰਖਵਾਏ ਨਾ। सुनकर हमने सो समझायो सब प्रसंग अब तोहे सुनायो। ਤਾਂ ਅਸੀਂ ਉਸ ਨੂੰ ਸਮਝਾਉਣਾ ਕੀਤਾ, ਤੈਨੂੰ ਵੀ ਸੁਣਾ ਦਿੰਨੇ ਆ। हिंदू तुर्क जे पूर्व काला सबके सिर पर केश विशाला। ਪਹਿਲਾਂ ਸਾਰਿਆਂ ਦੇ ਕੇਸ ਹੁੰਦੇ ਸੀਗੇ, ਹਿੰਦੂਆਂ ਦੇ ਵੀ ਹੁੰਦੇ ਸੀ, ਮੁਸਲਮਾਨਾਂ ਦੇ ਵੀ ਹੁੰਦੇ ਸੀ। थोड़े दिवसन ते अब हटे लिखित धर्म सबन के लटे। ਔਰ ਇਹ ਥੋੜਾ ਹੀ ਸਮਾਂ ਹੋਇਆ ਜਦੋਂ ਲੋਕ ਇਹ ਕੇਸ ਰੱਖਣੋਂ ਹਟ ਗਏ। यार मोहम्मद बारो चारे सुन्नत रखबे केस हमारे। ਮੁਸਲਮਾਨੀ ਮਤ ਵਿੱਚ ਯਾਰ ਮੁਹੰਮਦ ਭਾਵ ਜੋ ਮੁਹੰਮਦ ਹੋਇਆ ਉਹਨਾਂ ਦਾ, ਉਸ ਨੇ ਕਹਿ ਦਿੱਤਾ ਕਿ ਤੁਸੀਂ ਜਿਹੜਾ ਹੈ ਸੁਨਤ ਕਰਿਆ ਕਰੋ। के किस विध हटे बतावो सर्व वार्ता अब समझावो। ਹੁਣ ਕਿਉਂ ਲੋਕ ਕੇਸ ਰੱਖਣੋਂ ਹਟ ਗਏ ਇਹ ਮੈਂ ਤੈਨੂੰ ਹੁਣ ਸਮਝਾ ਦਿੰਦਾ ਹਾਂ। तब श्री बदन सुनाए उचर कर इब्राहिम खलील पैगंबर। ਤਾਂ ਇਹਨਾਂ ਦਾ ਇੱਕ ਪੈਗੰਬਰ ਹੋਇਆ ਇਬਰਾਹਿਮ ਖਲੀਲ। तिसने एक औरत अवलोकी काम बसे बन बिरती न रोकी। ਤਾਂ ਹੁਣ ਇਹਨਾਂ ਦੇ ਕੇਸ ਹੁੰਦੇ ਸੀ ਪਹਿਲਾਂ। ਹੁਣ ਇਹਨਾਂ ਦੀ ਮੱਤ ਵਿੱਚ ਕੀ ਹੈ, ਮੁਸਲਮਾਨ ਮੱਤ ਵਿੱਚ ਇੱਥੋਂ ਮੁੱਛਾਂ ਕੱਟਣੀਆਂ, ਸਰੀਰ ਤੋਂ ਵਾਲ ਕੱਟਣੇ ਆ, ਸੁਨਤ ਕਰਨੀ ਥੱਲਿਓ। ਤਾਂ ਇਹ ਸਾਰਾ ਕਿਉਂ ਕਰਨ ਲੱਗੇ? ਪਾਤਸ਼ਾਹ ਜੀ ਕਹਿਣ ਲੱਗੇ ਇੱਕ ਦਿਨ ਉਹ ਰਾਜਾ ਕਾਂ ਵਸੀ ਹੋ ਗਿਆ ਕਿਸੇ बेगानी स्त्री नु वेख के कहो मोहे सन करो निकाहो सुख सो बसो आन कर माहो। और उस नु कहन लगे भी तू मेरे नाल निकाह कर ले, शादी कर ले, आपां इकट्ठे रहांगे। सुन औरत ने बात न मानी संग पैगंबर गिरा बखानी। ओ बीबी कहन लगी भी नहीं तेरा ब्याह होया वै, तेरे घर एक स्त्री हैगी आ, मैं ये गल नहीं करदी। तो कर मैं पूर्व एक बेवे संकट होए सपत्नी थी वे। और मैं तेरी स्त्री दी सौकन नहीं बन सकती बराबर। तेरी जड़ी स्त्री है सुपत्नी है ओहो ही रहे तो ठीक है, मैं सौकन बनांगी ओदी। तक दिन गुजरे सरीता बसी पैगंबर के बहुचीता। पर उस दा स्वरूप देख के, ओदी सुंदरता देख के, ओदे नैन नक्शा नूं देख के इहदे दिमाग दे विच ऐसी फोटो खिंची गई दिन रात ओनू भुल्ले ही ना। फिर कहो मन है कर दीना मुझसो करो निकाह पर बीना। फिर किते ओ मिलिया उस नूं ते कहन लग्या भी मैं तेरे नाल ब्याह कराउणा है। इस दिन कुट
कत है मम चित में अब लाकत बो मिलनो हित में। ਕਹਿੰਦਾ ਮੈਨੂੰ ਤਾਂ ਤੂੰ ਭੁੱਲਦੀ ਕੋਈ ਨਹੀਂ, ਦਿਨ ਰਾਤ ਮੇਰੇ ਦਿਮਾਗ ਦੇ ਵਿੱਚ ਤੂੰ ਹੀ ਚੱਲਦੀ ਰਹਿਨੀ ਆ। जैसे तू ऐस दे प्यारी तैसे रहो सदा अनुसारी। ਤੇ ਨਾਲੇ ਕਹਿੰਦਾ ਜਿਵੇਂ ਤੂੰ ਕਹੇਗੀ ਮੈਂ ਉਵੇਂ ਕਰੂੰਗਾ, ਤੇਰੇ ਹੁਕਮ ਦੇ ਅੰਦਰ ਚੱਲੂੰਗਾ, ਪਰ ਤੂੰ ਮੇਰੇ ਨਾਲ ਸ਼ਾਦੀ ਕਰਾ। लाखे अपने पर अधिक लुभायो तिस औरत ने अहद सुनायो। ਅਹਿਦ ਹੁੰਦਾ ਹੁਕਮ, ਤਾਂ ਉਸ ਔਰਤ ਨੇ ਉਸ ਰਾਜੇ ਨੂੰ ਇਬਰਾਹੀਮ ਖਲੀਲ ਇਹਨਾਂ ਦਾ ਪਹਿਲਾ ਪੈਗੰਬਰ ਹੋਇਆ, ਉਹਨੂੰ ਦੱਸ ਦਿੱਤਾ ਵੀ ਗੱਲ ਸੁਣ ਲਾ ਫਿਰ। देहो तलाक तिस बीवी जबै करो निकाह तोहे सो तबै। ਜਾਂ ਤਾਂ ਪਹਿਲਾਂ ਉਸ ਨੂੰ ਤਲਾਕ ਦੇ ਦੇ, ਫਿਰ ਮੈਂ ਤੇਰੇ ਨਾਲ ਨਿਕਾਹ ਕਰ ਸਕਦੀ ਆ। ਹੁਣ ਪੈਗੰਬਰ ਕਾਮਤ ਪਾਇਓ ਕਰਿਓ ਤਥਾ ਤੈ ਜਥਾ ਬਤਾਇਓ। ਤਾਂ ਗੁਰੂ ਪਿਆਰਿਓ, ਹੁਣ ਇਸ ਦਾ ਦਿਮਾਗ ਜਿਹੜਾ ਹੱਲ ਚੁੱਕਿਆ ਸੀ, ਲਗਭਗ ਇਹਦਾ ਧਿਆਨ ਉਸੇ ਇਸਤਰੀ ਤੇ ਰਹਿਣ ਲੱਗਿਆ। ਤੇ ਉਹਦੇ ਕਹਿਣ ਮੁਤਾਬਕ ਇਸ ਨੇ ਉਸ ਪਹਿਲੀ ਇਸਤਰੀ ਨੂੰ ਤਲਾਕ ਦੇਣ ਦੀ ਸਲਾਹ ਕਰ ਲਈ ਹੈ। ਗਈ ਤਲਾਕ ਪ੍ਰਥਮ ਕੀ ਨਾਰੀ ਕਰ ਨਿਕਾਹ ਭੋਗੀ ਉਰ ਪਿਆਰੀ। ਔਰ ਉਹਦਾ ਤਲਾਕ ਦੇਤਾ, ਇਸ ਨੂੰ ਵਿਆਹ ਕਰਵਾ ਲਿਆ। ਹੁਣ ਇਹ ਦੋਨੇ ਜਣੇ ਰਹਿਣ ਲੱਗੇ। ਚੇਤਕ ਬਰਖ ਲਗ ਰਮ ਕਰ ਸੰਗ ਭਾਂਤ ਭਾਂਤ ਕਰ ਮੋਚ ਅਨੰਗ। ਇਸ ਤਰ੍ਹਾਂ ਕਾਫੀ ਸਮਾਂ ਇਹਨਾਂ ਦਾ ਇਹ ਵਿਆਹ ਚੱਲਦਾ ਰਿਹਾ। ਸਮਾ ਪਾਏ ਪੂਰਬਲੀ ਤ੍ਰਿਹੀ ਭੋਗਨ ਕਰੀ ਲਾਈ ਨਿਜਹੀ। ਔਰ ਇਸ ਨੇ ਇਹ ਵੀ ਕਿਹਾ ਸੀ ਕਿ ਮੈਥੋਂ ਬਗੈਰ ਕਿਸੇ ਦੂਜੇ ਨਾਲ ਤੇਰਾ ਸੰਪਰਕ ਨਹੀਂ ਹੋਣਾ ਚਾਹੀਦਾ। ਜੇ ਮੇਰੇ ਨਾਲ ਵਿਆਹ ਕਰਾਇਆ ਤੇ ਮੇਰੇ ਨਾਲ ਰਹਿਣਾ ਪਊਗਾ, ਫਿਰ ਤੈਨੂੰ ਮੈਂ ਕਿਸੇ ਹੋਰ ਪਾਸੇ ਝਾਕਣ ਨਹੀਂ। ਚੰਗੀ ਗੱਲ ਹੈ। ਗੁਰੂ ਵੀ ਕਹਿੰਦੇ ਹਨ, ਨਿਜ ਨਾਰੀ ਸਿਓ ਨਿਤ ਨੇਹੋ ਵਢਾਈਓ, ਪਰ ਨਾਰੀ ਕੀ ਸੇਜਾ ਭੂਲ ਸੁਪਨੇ ਹੋ ਨਾ ਜਾਈਏ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਦੀ ਭੈਣ ਬਖਾਣਾ ਹੈ। ਤਾਂ ਮੁਸਲਮਾਨੀ ਮਤ ਵਿੱਚ ਸੁਨਨਤ ਕਰਨ ਦਾ ਜਿਹੜਾ ਰਿਵਾਜ ਹੈ ਕਿੱਥੋਂ ਚੱਲਿਆ? ਪਾਤਸ਼ਾਹ ਜੀ ਉਹ ਗੱਲ ਦੱਸਦੇ ਆ ਵੀ ਮੁਸਲਮਾਨਾਂ ਵਿੱਚ ਸੁਨਨਤ ਕਰਨੀ, ਇੱਥੋਂ ਮੁੱਛਾਂ ਕੱਟਣੀਆਂ, ਇੱਥੋਂ ਥੋੜ੍ਹੀ ਜਿਹੀ ਦਾੜ੍ਹੀ ਕੱਟਣੀ, ਥੱਲੇ ਦਾੜ੍ਹੀ ਰੱਖਣੀ, ਔਰ ਸਰੀਰ ਦੇ ਪਿੰਡੇ ਤੋਂ ਵੀ ਇਹ ਵਾਲ ਕੱਟਦੇ ਆ, ਛਾਤੀ ਤੋਂ ਪੇਟ ਤੋਂ, ਤੇ ਥੱਲਿਓ ਕਹਿੰਦੇ ਸੁਨਨਤ ਕਰਦੇ ਆ। ਹੋਇਆ ਕੀ ਸੀਗਾ? ਕਾਰਨ ਕੀ ਹੋਇਆ ਸੀ? ਸੁਧ ਕੋ ਪਾਏ ਕ੍ਰੋਧ ਕਰ ਕਹਿਓ ਐਦ ਸਿਕਸ਼ਤ ਕੀਨ ਜਬ ਲਹਿਓ। ਕਹਿਣ ਲੱਗੀ ਗੱਲ ਸੁਣ ਲਾ, ਅੱਜ ਤੂੰ ਬੰਧਨ ਤੋੜੇ ਆ। ਜਿਹੜਾ ਮੇਰੇ ਨਾਲ ਬਚਨ ਕੀਤਾ ਸੀਗਾ ਮੈਂ ਤੈਥੋਂ ਬਗੈਰ ਕਿਧਰੇ ਝਾਕਦਾ ਨਹੀਂ, ਤੇ ਅੱਜ ਤੂੰ ਉਹ ਪ੍ਰਾਣੀ ਆਪਣੀ ਇਸਤਰੀ ਨੂੰ ਫੇਰ ਮਿਲਿਆ ਹੈ। ਸ਼ਰਾ ਅਦੂਲ ਭੂਲ ਜੋ ਤਰੈ ਕਹਿਓ ਪੈਗੰਬਰ ਸੋ ਕਿਆ ਕਰੈ। ਔਰ 10 ਪੈਗੰਬਰ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ ਜਿਹੜਾ ਆਪਣੇ ਬੰਧਨ ਨੂੰ ਵਾਅਦੇ ਨੂੰ ਤੋੜਦਾ ਹੈ? ਤਾਂ ਫਿਰ ਇਹ ਕੀ ਦੱਸਦਾ ਹੈ, ਤੇ ਫਿਰ ਕਿਵੇਂ ਇਹਨਾਂ ਦੀ ਸੁਨਨਤ ਕਰਨ ਦਾ ਉੱਥੋਂ ਰਵਾਤ ਪੈ ਗਿਆ, ਰੀਤ ਪੈ ਗਈ। ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਰਹਿੰਦੀ ਕਥਾ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं जन गुणतास हे संगी हे निरंकार हे निर्गुण सब टेक हे गोबिंद हे गुण निधान जाके सदा विवेक हे अपरंपर हर हरे भी हो बनहार हे संत कै सदा संग दारा आधार हे ठाकुर हूँ दासरो मैं निर्गुण गुण नहीं कोई नानक दीजै नाम दान ये परोए आए प्रभ शरणागति कृपा नित दयाल एक अखर हर मन बसत होत निहाल एक ओंकार सतगुरु प्रसाद सच हुए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सब संगतां जिन्होंने